मैक्सीमम स्टूडेंट्स ਨੂੰ ਇਹੀ ਲੱਗਦਾ ਹੁੰਦਾ ਹੈ ਕਿ ਜਿੰਨੇ ਉਹ ਫੇਲੀਅਰਸ ਦੇਖ ਚੁੱਕੇ ਨੇ, ਜਿੰਨੀਆਂ ਪ੍ਰੋਬਲਮਸ ਉਹ ਫੇਸ ਕਰ ਚੁੱਕੇ ਨੇ, ਉਸ ਤੋਂ ਜ਼ਿਆਦਾ ਕਿਸੇ ਸਟੂਡੈਂਟ ਕੋਲ ਨਹੀਂ ਹੈ। ਬਟ ਸੱਚਾਈ ਇਹ ਹੈਗੀ ਹੈ ਕਿ ਮੈਕਸੀਮਮ ਸਟੂਡੈਂਟਸ ਦਾ ਜਿਹੜਾ ਫੇਸ ਹੈਗਾ, ਸਟਰਗਲ ਲਾਈਫ ਹੈਗੀ ਹੈ, ਉਹ ਸਿਮਿਲਰ ਹੀ ਹੁੰਦੀ ਹੈ। ਤਾਂ ਇਸ ਟਾਈਮ ਦੇ ਉੱਤੇ ਬਹੁਤ ਹੀ ਸ਼ਾਂਤ ਪੀਰੀਅਡ ਚੱਲ ਰਿਹਾ, ਕੋਈ ਵੀ ਬੱਚਾ ਤਿਆਰੀ ਨਹੀਂ ਕਰ ਪਾ ਰਿਹਾ। ਹਾਲਾਂਕਿ ਬਹੁਤ ਬੱਚਿਆਂ ਨੂੰ ਇਹ ਪਤਾ ਹੈ ਕਿ ਆਉਣ ਵਾਲੇ ਟਾਈਮ 'ਚ ਜੌਬਸ ਹੈਗੀਆਂ ਨੇ, ਵਧੀਆ ਓਪਰਚੁਨਿਟੀਜ਼ ਹੈਗੀਆਂ ਨੇ, ਬਟ ਬੈਕ ਟੂ ਬੈਕ ਕਾਫੀ ਸਾਲਾਂ ਤੋਂ ਬੱਚੇ ਬਹੁਤ ਫੇਲੀਅਰਸ ਦੇਖ ਰਹੇ ਨੇ, ਜਿਸ ਕਰਕੇ ਹੁਣ ਉਹ ਫਾਈਨਲੀ ਗਿਵ ਅਪ ਕਰ ਚੁੱਕੇ ਨੇ, ਬਹੁਤ ਜ਼ਿਆਦਾ ਫਰਸਟ੍ਰੇਸ਼ਨ ਦੇ ਵਿੱਚ ਨੇ, ਕੁਝ ਵੀ ਇਫੈਕਟਿਵਲੀ ਨਹੀਂ ਕਰ ਪਾ ਰਹੇ। ਤਾਂ ਸਾਡੇ ਹਮੇਸ਼ਾ ਇਹੀ ਐਫਰਟਸ ਰਹਿੰਦੇ ਨੇ ਕਿ ਸਟੱਡੀ ਸੋਲੂਸ਼ਨ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਇਸ ਤਰ੍ਹਾਂ ਦੀਆਂ ਵੀਡੀਓਜ਼ ਲੈ ਕੇ ਆਈਏ ਜਿਹਦੇ ਨਾਲ ਬੱਚੇ ਸਹੀ ਰਸਤੇ ਤੇ ਤੁਰਨ, ਸਹੀ ਮੋਟੀਵੇਟ ਹੋਣ, ਉਹਨਾਂ ਨੂੰ ਪਤਾ ਚੱਲੇ ਵੀ ਕੀ ਸਹੀ ਹੈ ਜਾਂ ਕੀ ਗਲਤ ਹੈ। ਤਾਂ ਅੱਜ ਇੱਕ ਸਪੈਸ਼ਲ ਨਵਾਂ ਇਨੀਸ਼ੀਏਟਿਵ ਲੈ ਕੇ ਆਇਆ। ਤੁਹਾਡੇ ਸਾਹਮਣੇ ਦੋ ਪਟਵਾਰੀ ਖੜੇ ਨੇ ਜਿਨ੍ਹਾਂ ਦਾ ਇਸ ਸਾਲ ਜਿਹੜਾ ਹੈਗਾ ਸਿਲੈਕਸ਼ਨ ਹੋਇਆ, ਕੁਝ ਦਿਨ ਪਹਿਲਾਂ ਹੀ ਇਹਨਾਂ ਨੂੰ ਲੈਟਰ ਮਿਲਿਆ। ਤਾਂ ਇਹ ਆਪਣੇ ਨਾਲ ਥੋੜੇ ਬਹੁਤ ਆਪਣੇ ਵਿਚਾਰ ਸਾਂਝੇ ਕਰਨਗੇ, ਤੁਹਾਡੇ ਨਾਲ ਵੀ ਕਰਨਗੇ, ਜਿਸ ਤੋਂ ਤੁਹਾਨੂੰ ਇਹ ਚੀਜ਼ ਪਤਾ ਲੱਗੇਗੀ ਵੀ ਕੀ ਸਹੀ ਹੈ ਕੀ ਗਲਤ ਹੈ। ਜਿਹੜੀ ਚੀਜ਼ ਤੁਹਾਡੇ ਨਾਲ ਹੋ ਰਹੀ ਹੈ ਉਹ ਸਾਰਿਆਂ ਨਾਲ ਹੁੰਦੀ ਹੈ, ਬਟ ਜੋ ਤੁਸੀਂ ਹੁਣ ਇਸ ਟਾਈਮ ਤੇ ਕਰ ਰਹੇ ਹੋ ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ। ਕੁੱਲ ਮਿਲਾ ਕੇ ਤੁਹਾਨੂੰ ਜਿਹੜਾ ਹੈਗਾ ਇੱਕ ਸਹੀ ਰਸਤਾ ਦੇਖਣਗੇ, ਦਿਖਾਣਗੇ, ਤੁਹਾਨੂੰ ਮੋਟੀਵੇਟ ਕਰਨ ਦੀ ਕੋਸ਼ਿਸ਼ ਕਰਨਗੇ। ਤਾਂ ਜਲਦੀ ਤੋਂ ਜਲਦੀ ਆਪਾਂ ਜਿਹੜਾ ਹੈਗਾ ਸਹੀ ਰਸਤੇ ਤੇ ਚੱਲਣਾ ਸਟਾਰਟ ਕਰਾਂਗੇ ਤੇ ਆਉਣ ਵਾਲੀਆਂ ਓਪਰਚੁਨਿਟੀਜ਼ ਚੋਂ ਆਪਣੀ ਜਿਹੜੀ ਹੈਗੀ ਹੈ ਡ੍ਰੀਮ ਜੌਬ ਨੂੰ ਪਾਲਾਂਗੇ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਅਮਨ ਜੀ ਆ ਰਹੇ ਨੇ। ਤਾਂ ਇਹਨਾਂ ਦਾ ਰੀਸੈਂਟਲੀ ਪਟਵਾਰੀ ਕੁਆਲੀਫਾਈ ਹੋਇਆ ਤੇ ਉਸ ਤੋਂ ਇਲਾਵਾ ਵੀ ਕਾਫੀ ਇਹ ਜਿਹੜਾ ਹੈਗਾ ਪੇਪਰ ਕੁਆਲੀਫਾਈ ਕਰ ਚੁੱਕੇ ਨੇ। ਇਹ ਤੁਹਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਤੋਂ ਬਾਅਦ ਜਿਹੜਾ ਹੈਗਾ ਸੁਮਿਤਪਾਲ ਜੀ ਕਰਨਗੇ, ਇਹ ਵੀ ਪਟਵਾਰੀ ਲੱਗੇ ਨੇ। ਇਸ ਤੋਂ ਇਲਾਵਾ ਵੀ ਇਹਨਾਂ ਦੇ ਬਹੁਤ ਪੇਪਰ ਇਸ ਸਾਲ ਕੁਆਲੀਫਾਈ ਹੋਏ। ਧੰਨਵਾਦ। ਆਜੋ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮਨਿੰਦਰ। ਅੱਜ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦੇ ਕੁਝ ਸੀਕ੍ਰੇਟ ਸ਼ੇਅਰ ਕਰਾਂਗਾ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਉਣਗੇ। ਕੰਪੀਟੀਟਿਵ ਐਗਜ਼ਾਮ ਪ੍ਰੈਪਰੇਸ਼ਨ ਜ਼ਿੰਦਗੀ ਦਾ ਇੱਕ ਡਿਫਿਕਲਟ ਫੇਜ਼ ਹੈ, ਜਿਹਦੇ ਵਿੱਚ ਕੁਝ ਸਟੂਡੈਂਟਸ ਹੁੰਦੇ ਆ ਜਿਹੜੇ ਉਹ ਫਸਟ ਅਟੈਂਪਟ ਦੇ ਵਿੱਚ ਹੀ ਐਗਜ਼ਾਮੀਨੇਸ਼ਨ ਪਾਸ ਕਰ ਜਾਂਦੇ ਨੇ ਤੇ ਕੁਝ ਸਟੂਡੈਂਟ ਫਸਟ ਅਟੈਂਪਟ ਦੇ ਵਿੱਚ ਨਹੀਂ ਪਾਸ ਕਰ ਸਕਦੇ। ਤਾਂ ਉਹ ਜਿਹੜੇ ਫਸਟ ਅਟੈਂਪਟ ਦੇ ਵਿੱਚ ਪਾਸ ਕਰ ਜਾਂਦੇ ਨੇ ਉਹ ਉਹਦੇ ਨਾਲ 1 2 3 ਅੱਗੇ ਹੋਰ ਮਤਲਬ ਕਿ ਪੇਪਰ ਕਲੀਅਰ ਕਰਦੇ ਰਹਿੰਦੇ ਨੇ। ਪਰ ਜਿਹੜੇ ਸਟੂਡੈਂਟ ਫਸਟ ਅਟੈਂਪਟ ਦੇ ਵਿੱਚ ਨਹੀਂ ਪਾਸ ਕਰਦੇ ਉਹ ਜ਼ਿੰਦਗੀ ਦੇ ਵਿੱਚ ਥੋੜ੍ਹਾ ਡੀਮੋਟੀਵੇਟ ਹੋ ਜਾਂਦੇ ਨੇ। ਉਹ ਕਹਿੰਦੇ ਨੇ ਵੀ ਸਾਡੇ ਤੋਂ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਸਾਡੀ ਜਿਹੜੀ ਪਲੈਨਿੰਗ ਹੈ ਉਹ ਸਹੀ ਨਹੀਂ ਹੈ। ਉਸ ਦੇ ਵਿੱਚ ਤੁਹਾਡੇ ਧਿਆਨ ਦੇ ਵਿੱਚ ਰੱਖਣ ਦੇ ਕੁਝ ਗੱਲਾਂ ਨੇ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹਾਂ। ਦੇਖੋ 2-3% ਲੋਕ ਪਹਿਲੇ ਅਟੈਂਪਟ ਜਿਹੜੇ ਪਾਸ ਕਰ ਗਏ ਉਹ ਕਰ ਗਏ, ਬਟ ਮੈਜੋਰਿਟੀ ਆਫ 98% ਜਿਹੜੇ ਪੀਪਲ ਹੁੰਦੇ ਨੇ ਉਹਨਾਂ ਦੀ ਪ੍ਰੈਫਰੈਂਸ ਹੁੰਦੀ ਹੈਗੀ, ਉਹਨਾਂ ਦਾ ਬਹੁਤ ਜ਼ਿਆਦਾ ਹਾਰਡ ਵਰਕ ਹੁੰਦਾ ਹੈਗਾ। ਜਿਹੜੇ ਅੱਗੇ ਤੇ ਅੱਗੇ ਮਿਹਨਤ ਕਰਦੇ ਰਹਿੰਦੇ ਨੇ ਉਹ ਫਿਰ ਮਤਲਬ ਕਿ ਉਹ ਵੀ ਪੇਪਰ ਕਲੀਅਰ ਕਰ ਸਕਦੇ ਨੇ। ਹੁਣ ਇਹਦੇ ਵਿੱਚ ਹੁਣ ਮੇਰੇ ਕੋਲ 3-4 ਪੁਆਇੰਟਸ ਨੇ ਜਿਹੜੇ ਰੱਖਣ ਯੋਗ ਨੇ, ਉਹ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਫਸਟ ਹੈਗਾ ਕਰੰਟ ਅਫੇਅਰ। ਕਰੰਟ ਅਫੇਅਰ ਦੇ ਵਿੱਚ ਅਸੀਂ ਕੀ ਗੱਲ ਹੈ ਵੀ ਅੱਜ ਦੇ ਜਿਹੜੇ ਕੰਪੀਟੀਟਿਵ ਐਗਜ਼ਾਮ ਨੇ ਉਹਦੇ ਵਿੱਚ ਕਰੰਟ ਅਫੇਅਰ ਬਹੁਤ ਜ਼ਿਆਦਾ ਆ ਰਿਹਾ ਹੈਗਾ। ਅਤੇ ਕਈ ਵਾਰੀ ਕਈ ਸਟੂਡੈਂਟਸ ਕਹਿੰਦੇ ਨੇ ਵੀ ਸਰ ਦਾ ਕਰਾਇਆ ਹੋਇਆ ਨਹੀਂ ਆਇਆ, ਜਾਂ ਅਸੀਂ ਵੀਡੀਓਜ਼ ਦੇਖੀ ਸੀ ਉਹ ਨਹੀਂ ਆਇਆ। ਤਾਂ ਉਹਦੇ ਵਿੱਚ ਸਾਨੂੰ ਕੀ ਹੈਗਾ ਵੀ ਸਾਨੂੰ ਸਭ ਤੋਂ ਪਹਿਲਾਂ ਨਿਊਜ਼ਪੇਪਰ ਪੜ੍ਹਨ ਦੀ ਆਦਤ ਪਾਉਣੀ ਪਏਗੀ। ਮੋਸਟਲੀ ਜਿਹੜੇ ਪ੍ਰੈਪਰੇਸ਼ਨ ਕਰ ਰਹੇ ਨੇ ਐਸਪੀਰੈਂਟ ਉਹ ਕਦੇ ਵੀ ਲਾਇਬ੍ਰੇਰੀ ਨਹੀਂ ਜਾਂਦੇ, ਨਾ ਉਹ ਨਿਊਜ਼ਪੇਪਰ ਦੇਖਦੇ ਨੇ। ਤਾਂ ਉਹਨਾਂ ਨੂੰ ਫਸਟ ਆਫ ਆਲ ਚਾਹੀਦਾ ਕਿ ਨਿਊਜ਼ਪੇਪਰ ਦੇ ਸਮ ਸੈਕਸ਼ਨਸ ਜਿਹੜੇ ਹੈਗੇ, ਇੱਕ ਤਾਂ ਐਡੀਟੋਰੀਅਲ ਸੈਕਸ਼ਨ ਹੈਗਾ, ਇੱਕ ਵਰਡ ਦਾ ਸੈਕਸ਼ਨ ਹੈ ਅਤੇ ਇੱਕ ਪੰਜਾਬ ਦਾ ਸੈਕਸ਼ਨ ਹੈ, ਉਹ ਇਹ ਪ੍ਰੈਪਰੇਸ਼ਨ ਕਰਕੇ ਜਾਣ। ਉਸ ਤੋਂ ਬਾਅਦ ਉਹਨਾਂ ਨੂੰ ਹੋਰ ਅੱਗੇ ਫੇਲੀਅਰਸ ਸ਼ੁੱਡ ਬੀ ਦਾ ਪਾਰਟ ਆਫ ਦਾ ਲਾਈਫ, ਕਿਉਂਕਿ ਫੇਲੀਅਰਸ ਤੋਂ ਬਿਨਾਂ ਸਕਸੈਸ ਪ੍ਰਾਪਤ ਨਹੀਂ ਹੁੰਦਾ। ਜੇ ਇੱਕ ਫਸਟ ਫੇਲੀਅਰ ਹੈ, ਹੋ ਸਕਦਾ ਇਹ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਹੋਰ ਬਹੁਤ ਜ਼ਿਆਦਾ ਵੱਡਾ ਸਕਸੈਸ ਦੇ ਦੇ। ਜਿਵੇਂ ਮੇਰੀ ਲਾਈਫ ਦੇ ਵਿੱਚ ਮੈਂ ਫਸਟ 3-4 ਮਹੀਨੇ ਪ੍ਰੈਪਰੇਸ਼ਨ ਕੀਤੀ, ਮੇਰਾ ਕੋਆਪਰੇਟਿਵ ਐਗਜ਼ਾਮ ਕਲੀਅਰ ਹੋਇਆ ਸੀ 2013 ਦੇ ਵਿੱਚ। ਫਿਰ ਮੈਂ 3 ਸਾਲ ਕੋਆਪਰੇਟਿਵ ਬੈਂਕ ਦੇ ਵਿੱਚ ਨੌਕਰੀ ਕੀਤੀ। ਆਈ ਵਾਜ਼ ਐਨ UPSC ਐਸਪੀਰੈਂਟ। ਮੈਂ ਉਸ ਦੇ ਵਾਸਤੇ ਤਿਆਰੀ ਕੀਤੀ। ਮੈਨੂੰ ਕੁਝ ਹੈਲਥ ਇਸ਼ੂਜ਼ ਕਰਕੇ ਉਹ ਮੈਨੂੰ ਤਿਆਰੀ ਡਰੋਪ ਕਰਨੀ ਪਈ ਅਤੇ 2018 ਦੇ ਵਿੱਚ ਮੈਂ ਫਿਰ ਤਿਆਰੀ ਸਟਾਰਟ ਕੀਤੀ। ਫਿਰ ਅਸੀਂ ਸੰਧੀਰ ਇੰਸਟੀਚਿਊਟ ਦੇ ਨਾਲ ਜੁੜੇ। ਸੰਧੀਰ ਸਰ ਨੇ ਸਾਨੂੰ ਗਾਈਡੈਂਸ ਦਿੱਤੀ ਅਤੇ ਉਹ ਤੋਂ ਬਾਅਦ ਹੁਣ ਮੇਰਾ ਪਟਵਾਰੀ ਕਲੀਅਰ ਹੋਇਆ ਅਤੇ ਐਕਸਾਈਜ਼ ਇੰਸਪੈਕਟਰ ਦੇ ਵਿੱਚ ਮੇਰਾ ਵੇਟਿੰਗ ਦੇ ਵਿੱਚ ਹੈਗਾ। ਹੋਪ ਸੋ ਵੀ ਸ਼ਾਇਦ ਉਹ ਵੀ ਮੇਰਾ ਕਲੀਅਰ ਹੋ ਜਾਵੇ। ਤਾਂ ਉਹਦੇ ਵਾਸਤੇ ਸਾਨੂੰ ਗਾਈਡੈਂਸ ਚਾਹੀਦੀ ਹੈਗੀ। ਮੋਸਟਲੀ ਜਿਹੜੇ ਪੇਪਰ ਦੀ ਤਿਆਰੀ ਕਰਦੇ ਨੇ ਬੱਚੇ ਉਹ ਮੌਕ ਟੈਸਟ ਨਹੀਂ ਦਿੰਦੇ। ਹੁਣ ਅਸੀਂ ਸੰਧੀਰ ਇੰਸਟੀਚਿਊਟ ਨਾਲ ਜੁੜੇ
ਸਾਡਾ ਵੀਕਐਂਡ ਦੇ ਵਿੱਚ ਹਮੇਸ਼ਾ ਮੌਕ ਟੈਸਟ ਹੁੰਦਾ ਸੀਗਾ ਤੇ ਮੋਸਟਲੀ ਬੱਚੇ ਮੌਕ ਟੈਸਟ ਨਹੀਂ ਦਿੰਦੇ। ਜੇ ਤੁਸੀਂ ਮਤਲਬ ਕਿ ਹਾਰ ਚੁੱਕੇ ਹੋ ਤਿਆਰੀ ਕਰ ਕਰਕੇ ਤੇ ਤੁਸੀਂ ਆਪਣੀ ਪ੍ਰੈਪਰੇਸ਼ਨ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਾਹੀਦਾ ਕਿ ਤੁਸੀਂ ਜਿਹੜੇ ਮੌਕ ਟੈਸਟ ਨੇ ਉਹ ਜ਼ਰੂਰ ਦਿਓ। ਤੁਸੀਂ ਕਿਸੇ ਵੀ ਚੀਜ਼ ਨਾਲ ਜੁੜੇ ਹੋਏ ਕਿਉਂਕਿ ਤੁਸੀਂ ਤਿਆਰੀ ਕਰ ਰਹੇ ਹੋ, ਤੁਹਾਡੀ ਇਵੈਲੂਏਸ਼ਨ ਨਹੀਂ ਹੋ ਰਹੀ ਹੈ ਤਾਂ ਤੁਹਾਡੀ ਇਵੈਲੂਏਸ਼ਨ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਇਸ ਲਈ ਤੁਹਾਨੂੰ ਵੱਧ ਤੋਂ ਵੱਧ ਮੌਕ ਟੈਸਟ ਵੈਦਰ ਦੇ ਆਰ ਅਵੇਲੇਬਲ ਔਨ ਸਮ ਵੈਬਸਾਈਟ ਔਰ ਵੈਦਰ ਦੇ ਆਰ ਅਵੇਲੇਬਲ ਔਨ ਯੂਅਰ ਕੋਚਿੰਗ ਇੰਸਟੀਟਿਊਟ, ਤੁਹਾਨੂੰ ਉਹ ਜ਼ਰੂਰ ਦੇਣੇ ਚਾਹੀਦੇ ਨੇ। ਇਸ ਤੋਂ ਇਲਾਵਾ ਤੁਹਾਨੂੰ ਚਾਹੀਦਾ ਕਿ ਤੁਸੀਂ ਜਿਹੜਾ ਵੀ ਪ੍ਰੈਪਰੇਸ਼ਨ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਉਸ ਦਾ ਪੈਟਰਨ ਦੇਖੋ। ਅੱਜ ਦੀ ਤਰੀਕ ਦੇ ਵਿੱਚ ਤਾਂ ਸਾਨੂੰ ਇੰਨਾ ਮਤਲਬ ਕਿ ਟੈਕਨੋਲੋਜੀ ਨੇ ਸੌਖਾ ਕਰ ਦਿੱਤਾ ਕਿ MCQs ਅਵੇਲੇਬਲ ਨੇ। ਅਸੀਂ ਕੋਈ ਵੀ ਪ੍ਰੈਪਰੇਸ਼ਨ ਐਗਜ਼ਾਮ ਦੀ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਉਸਦੇ MCQs ਦੇਖੀਏ। MCQs ਦੇ ਵਿੱਚ ਕੀ ਹੈਗਾ, ਉਹਦੇ ਵਿੱਚ ਸਾਨੂੰ ਪੈਟਰਨ ਪਤਾ ਲੱਗੇ, ਵੇਟੇਜ ਪਤਾ ਲੱਗੇ, ਉਸ ਹਿਸਾਬ ਨਾਲ ਸਾਡੀ ਤਿਆਰੀ ਹੋਣੀ ਚਾਹੀਦੀ ਹੈ। ਸਿਮਿਲਰਲੀ ਬਹੁਤ ਸਾਰੇ ਐਗਜ਼ਾਮ ਨੇ, ਜਿਵੇਂ ਆਇਲਸ ਦਾ ਐਗਜ਼ਾਮ ਹੈ। ਆਇਲਸ ਦਾ ਐਗਜ਼ਾਮ ਬੇਸਿਕਲੀ ਇੱਕ ਐਗਜ਼ਾਮ ਹੈ ਕੰਸਨਟ੍ਰੇਸ਼ਨ ਦਾ, ਜਿਹਦੇ 'ਚ 2-3 ਮਹੀਨੇ ਦੇ ਵਿੱਚ ਇੱਕ ਸਟੂਡੈਂਟ ਦੀ ਕੰਸਨਟ੍ਰੇਸ਼ਨ ਬਣਾਈ ਜਾਂਦੀ ਹੈ। ਇਸੇ ਤਰ੍ਹਾਂ UPSC ਦਾ ਐਗਜ਼ਾਮ ਹੈ, ਉਹਦੇ ਵਿੱਚ ਉਸ ਬੱਚੇ ਦੀ ਇੰਟਰਲਿੰਕਿੰਗ ਦੇਖੀ ਜਾਂਦੀ ਹੈ, ਥਿੰਕਿੰਗ ਕੈਪੈਸਿਟੀ ਦੇਖੀ ਜਾਂਦੀ ਹੈਗੀ, ਉਹਦੇ ਮਤਲਬ ਕਿ ਚਾਹੇ ਉਹਦੀ ਫਿਲੋਸਫੀਕਲ ਨੌਲੇਜ ਚੈੱਕ ਕੀਤੀ ਜਾਂਦੀ ਹੈ। ਜਿਵੇਂ ਅੱਜ ਕੱਲ੍ਹ ਜਿਹੜੇ UPSC ਦੇ ਐਗਜ਼ਾਮ ਹੋ ਰਹੇ ਨੇ ਉਹਦੇ 'ਚ ਬਹੁਤ ਹੀ ਜ਼ਿਆਦਾ ਫਿਲੋਸਫੀਕਲ ਥਿੰਕ ਹੈਗੀ, ਉਹ 'ਚ ਫਿਰ ਉਹਨੂੰ ਇੰਟਰ ਰਿਲੇਸ਼ਨ ਆਫ ਟੌਪਿਕਸ ਦਿੱਤੀ ਜਾਂਦੀ ਹੈ ਵੀ ਉਹਦਾ ਇਕਨੋਮੀ, ਸੋਸ਼ਲ ਵੈਲਫੇਅਰ 'ਤੇ ਕੀ ਅਸਰ ਹੋਏਗਾ, ਟੈਕਨੋਲੋਜੀ ਦਾ ਸੋਸ਼ਲ ਮਤਲਬ ਕਿ ਇਕਨੋਮਿਕ ਕੀ ਬੈਨੀਫਿਟਸ ਹੋਣਗੇ ਕਿਸੇ ਚੀਜ਼ ਦੇ, ਜਾਂ ਮਤਲਬ ਕਿ ਹੋਰ ਕੀ ਫਿਊਚਰ ਦੇ ਵਿੱਚ ਕੀ ਟ੍ਰੈਂਡਸ ਹੋਣਗੇ, ਪਾਸਟ ਦੇ ਵਿੱਚ ਕੀ ਸੀਗੇ, ਪ੍ਰੈਜ਼ੈਂਟ ਦੇ ਵਿੱਚ ਕੀ ਨੇ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਨੇ। ਸਾਨੂੰ ਜਿਹੜੀ ਪ੍ਰੈਪਰੇਸ਼ਨ ਆ ਉਹ ਅਕੋਰਡਿੰਗਲੀ ਜਿਸ ਤਰ੍ਹਾਂ ਦਾ ਪੇਪਰ ਹੈ ਉਸ ਤਰ੍ਹਾਂ ਦੀ ਪ੍ਰੈਪਰੇਸ਼ਨ ਕਰਨੀ ਚਾਹੀਦੀ ਹੈ। ਨਿਊਜ਼ਪੇਪਰ ਦੇ ਨਾਲ ਟੱਚ ਰਹਿਣਾ ਚਾਹੀਦਾ ਹੈ, ਸਾਨੂੰ ਲਾਇਬ੍ਰੇਰੀ ਜਾਣਾ ਚਾਹੀਦਾ ਹੈ, ਮੌਕ ਟੈਸਟ ਦੇਣੇ ਚਾਹੀਦੇ ਨੇ। ਇਸ ਤੋਂ ਇਲਾਵਾ ਮਤਲਬ ਕਿ ਮੇਰੇ ਕਈ ਫਰੈਂਡ ਨੇ ਉਹ ਜਿਹੜੇ 2 ਜਾਂ 3 ਨੰਬਰ ਦੇ ਵਿੱਚ ਰਹਿ ਜਾਂਦੇ ਸੀਗੇ, ਮੈਂ ਤਾਂ ਉਹਨਾਂ ਨੂੰ ਇਹੀ ਗਾਈਡ ਕਰਦਾ ਵੀ ਤੁਸੀਂ ਇੱਕ ਅੱਛੇ ਗਾਈਡ ਹੈ ਉਹ ਤੋਂ ਗਾਈਡੈਂਸ ਲਓ। ਤੇ ਫਿਰ ਇਹ ਕਿਉਂਕਿ ਇਹ ਜਿਹੜਾ ਕੰਪੀਟੀਸ਼ਨ ਦਾ ਜਿਹੜਾ ਪ੍ਰੋਸੈਸ ਇਹ 3 ਮੰਥ ਪ੍ਰੋਸੈਸ ਹੈ। ਵਿਦਿਨ 3 ਮੰਥ ਤੁਸੀਂ ਜਿਹੜੇ ਬੇਸਿਕ ਪੇਪਰ ਨੇ ਜਿੱਦਾਂ ਕਲੈਰੀਕਲ ਦਾ ਪੇਪਰ ਜਾਂ ਅਕਾਊਂਟੈਂਟ ਦਾ ਪੇਪਰ ਹੈ, ਆਡੀਟਰ ਦਾ ਪੇਪਰ ਹੈ, ਇਸ ਤਰ੍ਹਾਂ ਦੇ ਪੇਪਰ ਤੁਸੀਂ ਕਲੀਅਰ ਕਰ ਸਕਦੇ ਹੋ ਵਿਦਿਨ 3 ਮੰਥਸ। ਪਰ 3 ਮੰਥਸ ਯੂ ਹੈਵ ਟੂ ਬੀ ਸੀਰੀਅਸ ਟੁਵਰਡ ਯੂਰ ਗੋਲ। ਤੁਹਾਨੂੰ ਇਸ ਤਰ੍ਹਾਂ ਪ੍ਰੈਪਰੇਸ਼ਨ ਕਰਨੀ ਪਏਗੀ ਵੀ ਜਿੱਦਾਂ ਵੀ ਯੂ ਆਰ ਫਾਈਟਿੰਗ ਫॉर ਯੂਰ ਲਾਈਫ, ਕਿਉਂਕਿ ਅੱਜ ਦੇ ਜਿਹੜੇ ਪੇਪਰ ਨੇ ਉਹ ਕਾਫੀ ਜਿਹੜਾ ਲੈਵਲ ਐਡਵਾਂਸ ਹੋ ਚੁੱਕਿਆ ਹੈ, ਵੈਦਰ ਇਟ ਇਜ਼ ਮੈਥਮੈਟਿਕਸ, ਰੀਜ਼ਨਿੰਗ ਐਂਡ GK, ਪੰਜਾਬ GK। ਸੋ ਜਦ ਅਸੀਂ ਇਸ ਇੰਸਟੀਟਿਊਟ ਵਿੱਚ ਆਏ, ਪੰਜਾਬ GK ਸਾਨੂੰ ਬਹੁਤ ਹੀ ਅੱਛੀ ਤਰ੍ਹਾਂ ਸਰ ਨੇ ਕਰਵਾਈ। ਇਸ ਤੋਂ ਇਲਾਵਾ ਸਾਨੂੰ ਕਰੰਟ ਅਫੇਅਰਸ ਸੀ, ਕਰੰਟ ਅਫੇਅਰਸ ਦੀਆਂ ਰੈਗੂਲਰ ਕਲਾਸਿਸ ਲੱਗੀਆਂ। ਅਸੀਂ ਆਪਣੇ ਲੈਵਲ 'ਤੇ ਵੀ ਕੁਝ ਵੀਡੀਓਜ਼ ਦੇਖਦੇ ਰਹੇ। ਹੁਣ ਮੈਜੋਰਿਟੀ ਆਫ ਪ੍ਰੋਬਲਮ ਕੀ ਹੈ ਕਿ ਬੱਚੇ ਜਿਹੜਾ ਕੰਟੈਂਟ ਹੈ YouTube ਤੋਂ ਬਹੁਤ ਜ਼ਿਆਦਾ ਦੇਖ ਰਹੇ ਨੇ, ਤੇ YouTube ਦਾ ਕੰਟੈਂਟ ਹੈ ਉਹ ਸਰਟੀਫਾਈਡ ਕੰਟੈਂਟ ਨਹੀਂ ਹੈ। ਕੁਝ ਯੂਟਿਊਬਰ ਬਹੁਤ ਜ਼ਿਆਦਾ ਅੱਛੇ ਨੇ, ਜਿਵੇਂ ਕਰੰਟ ਅਫੇਅਰ ਅਪਡੇਟਡ ਹੈ ਜਾਂ ਮਤਲਬ ਕਿ ਸਲੀਪੀ ਕਲਾਸਿਸ ਹੈ ਜਾਂ ਸਟੱਡੀ IQ ਹੈ, ਇਹ ਬਹੁਤ ਜ਼ਿਆਦਾ ਅੱਛੇ ਯੂਟਿਊਬਰ ਨੇ, ਪਰ ਮੋਸਟ ਆਫ ਦਾ ਕੰਟੈਂਟ ਇਜ਼ ਅਨਵੈਰੀਫਾਈਡ। ਇਸ ਕਰਕੇ ਬੱਚੇ ਉਸ ਇੰਨਾ ਟਾਈਮ ਉਸ 'ਤੇ ਵੇਸਟ ਕਰਦੇ ਨੇ, 2-2 ਘੰਟੇ ਦੀਆਂ ਕਰੰਟ ਅਫੇਅਰ ਦੀਆਂ ਵੀਡੀਓਜ਼ ਦੇਖਦੇ ਨੇ, ਜਿਨ੍ਹਾਂ ਕਰਕੇ ਉਹਨਾਂ ਦਾ ਟਾਈਮ ਦਾ ਵੀ ਨੁਕਸਾਨ ਹੁੰਦਾ ਤੇ ਉਹਦੇ 'ਚ ਆਉਂਦਾ ਵੀ ਕੁਛ ਨਹੀਂ। ਸੋ ਇਸ ਲਈ ਨਿਊਜ਼ਪੇਪਰ ਨਾਲ ਟੱਚ ਰਹੋ। ਜਿਹੜੇ ਮਤਲਬ ਕਿ ਮੇਨ ਇਵੈਂਟਸ ਨੇ, ਹਿਸਟੋਰੀਕਲ ਇਵੈਂਟਸ ਨੇ, ਜਾਂ ਮਤਲਬ ਕਿ ਇਨਵਾਇਰਨਮੈਂਟ ਰਿਲੇਟਡ ਬਹੁਤ ਜ਼ਿਆਦਾ ਕੁਐਸਚਨਸ ਆ ਰਹੇ ਨੇ, ਤਾਂ ਇਨਵਾਇਰਨਮੈਂਟ ਨਾਲ ਰਿਲੇਟਡ ਜਿਹੜੀਆਂ ਪ੍ਰੋਟੋਕੋਲਸ ਨੇ ਜਾਂ ਮਤਲਬ ਕਿ ਨਿਊ ਲਾਜ਼ ਆਪਣੇ ਇੰਡੀਆ ਦੇ ਵਿੱਚ ਬਣ ਰਹੇ ਨੇ ਜਾਂ ਵਰਲਡ ਲੈਵਲ 'ਤੇ ਬਣ ਰਹੇ ਨੇ, ਜਿੱਦਾਂ ਕਾਨਫਰੰਸ ਆਫ ਪਾਰਟੀਜ਼ ਹੋ ਰਹੀਆਂ ਨੇ ਜਾਂ ਹੋਰ ਤਰ੍ਹਾਂ ਦੀਆਂ ਜਿੰਨੀਆਂ ਵੀ ਐਗਰੀਮੈਂਟ ਇੰਟਰਨੈਸ਼ਨਲ ਲੈਵਲ 'ਤੇ ਹੋ ਰਹੇ ਨੇ, ਜਿੱਦਾਂ ਬਾਇਓਫਿਊਲ ਅਲਾਇੰਸ ਹੈ, G20 ਇੰਡੀਆ ਦੇ ਵਿੱਚ ਜਿਹੜੇ ਇਵੈਂਟ ਹੋ ਰਹੇ ਨੇ, ਜਾਂ ਉਹਨਾਂ ਦੀ ਸਿਗਨੀਫਿਕੈਂਸ ਕੀ ਹੈ, ਜਿੱਦਾਂ ਉਹਨਾਂ ਨੂੰ ਆਪਾਂ ਤਰੀਕੇ ਨਾਲ ਕਰਕੇ ਅਸੀਂ ਅੱਛੇ ਨੰਬਰ ਲੈ ਸਕਦੇ ਹਾਂ। ਜਾਂ ਫਿਰ ਮਲਟੀਲੇਟਰਲ ਆਰਗੇਨਾਈਜੇਸ਼ਨਸ ਨੇ, ASEAN ਹੈ, G20 ਹੈ, BRICS ਹੈ, ਇਹਨਾਂ ਨਾਲ ਰਿਲੇਟਡ ਜਿਹੜੀਆਂ ਡਿਫੈਂਸ ਐਕਸਰਸਾਈਜ਼ਸ ਵੀ ਨੇ ਜਾਂ ਇਹਨਾਂ ਨਾਲ ਰਿਲੇਟਡ ਕੋਈ ਵੀ ਤਰ੍ਹਾਂ ਦਾ ਐਗਰੀਮੈਂਟ ਹੁੰਦਾ, ਅਸੀਂ ਉਹਦੇ ਬਾਰੇ ਦੇਖ ਕੇ ਅਸੀਂ ਅੱਛੀ ਤਰ੍ਹਾਂ ਪ੍ਰੈਪਰੇਸ਼ਨ ਕਰ ਸਕਦੇ ਹਾਂ। ਇਸੇ ਲਈ ਮੈਂ ਤੁਹਾਨੂੰ ਚਾਹੂੰਗਾ ਵੀ ਜੋ ਮੈਂ ਗੱਲਾਂ ਕਹੀਆਂ ਨੇ ਤੁਸੀਂ ਉਹ 'ਤੇ ਗੌਰ ਕਰੋਗੇ ਤੇ ਛੇਤੀ ਤੋਂ ਛੇਤੀ ਆਪਣਾ ਪੇਪਰ ਕਲੀਅਰ ਕਰੋਗੇ, ਕਿਉਂਕਿ ਇਹ ਜਿਹੜੀ ਪ੍ਰੈਪਰੇਸ਼ਨ ਹੈ ਇਹ ਕਿਸੇ ਖਾਤੇ 'ਚ ਨਹੀਂ ਆਉਂਦੀ। ਕਿਉਂਕਿ ਜਦ ਅਸੀਂ ਪ੍ਰੈਪਰੇਸ਼ਨ ਕਰ ਰਹੇ ਸੀ, ਅਸੀਂ ਕਹਿੰਦੇ ਸੀ ਮੈਂ ਤਾਂ ਪ੍ਰਿਪੇਅਰ ਕਰ ਰਿਹਾ, ਤਾਂ ਕਹਿੰਦੇ ਕੀ ਕੰਮ ਕਰ ਰਿਹਾ ਹੈਗਾ। ਉਹ ਤਾਂ ਫਿਰ ਜੇ ਤੁਸੀਂ ਆਪਣਾ ਇੱਕ ਐਗਜ਼ਾਮ ਕਲੀਅਰ ਕਰੋਗੇ ਤਾਂ ਤੁਸੀਂ ਅੱਗੇ ਵੀ ਐਗਜ਼ਾਮ ਕਲੀਅਰ ਕਰਦੇ ਰਹੋਗੇ। ਤਾਂ
ਫਸਟ ਐਗਜ਼ਾਮ ਕਲੀਅਰ ਕਰਨਾ ਬਹੁਤ ਹੀ ਔਖਾ ਹੈਗਾ। ਜਿਵੇਂ ਇੱਕ ਰੋਕੇਟ ਹੁੰਦਾ, ਉਹਨੂੰ ਐਸਕੇਪ ਵੈਲੋਸਿਟੀ ਦੇ ਦਿੰਦੇ ਆ, ਉਹ ਤਾਂ ਗ੍ਰੈਵਿਟੇਸ਼ਨਲ ਪੁੱਲ ਤੋਂ ਬਾਹਰ ਚਲੇ ਜਾਂਦਾ। ਜੇ ਤੁਸੀਂ ਪਹਿਲਾ ਪੇਪਰ ਕਲੀਅਰ ਕਰੋਗੇ ਤਾਂ ਇਸ ਦੇ ਨਾਲ ਤੁਹਾਡੇ ਅੱਗੇ ਵੀ ਮਤਲਬ ਪੇਪਰ ਕਲੀਅਰ ਹੁੰਦੇ ਰਹਿਣਗੇ। ਤਾਂ ਫਸਟ ਐਗਜ਼ਾਮ ਕਲੀਅਰ ਕਰਨਾ ਸਭ ਤੋਂ ਡਿਫਿਕਲਟ ਹੁੰਦਾ ਹੈ, ਅਤੇ ਤੁਸੀਂ ਡੀਮੋਟੀਵੇਟ ਨਹੀਂ ਹੋਣਾ, ਤੁਸੀਂ ਮੋਟੀਵੇਟ ਰਹਿਣਾ। ਅਤੇ ਮੈਨੂੰ ਉਮੀਦ ਹੈ ਵੀ ਸੰਧੀਰ ਇੰਸਟੀਚਿਊਟ ਨਾਲ ਜਿਹੜੇ ਵੀ ਪਾਸਟ 3 ਇਅਰਸ ਤੋਂ ਸਟੂਡੈਂਟ ਜੇ ਡੀਮੋਟੀਵੇਟ ਹੋਏ ਨੇ ਤਾਂ ਉਹ ਦੁਬਾਰਾ ਸਰ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਮੌਕ ਟੈਸਟ ਦੇ ਰੂਪ ਵਿੱਚ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਰ ਨਾਲ ਜੁੜਨਗੇ, ਵੀਕਐਂਡ ਤੇ ਜੁੜਨ ਜਾਂ ਸਰ ਨਾਲ ਪਰਸਨਲੀ ਮਤਲਬ ਕਿ ਕੋਈ ਕਲੈਰੀਫਿਕੇਸ਼ਨ ਲੈਣ, ਕਿਉਂਕਿ 2023 ਇੱਕ ਅੱਛਾ ਸਾਲ ਹੈ ਜਿਹਦੇ ਵਿੱਚ ਬਹੁਤ ਜ਼ਿਆਦਾ ਵੈਕੈਂਸੀਜ਼ ਆ ਰਹੀਆਂ ਨੇ ਅਤੇ ਇਹ ਬੈਸਟ ਟਾਈਮ ਹੈ ਟੂ ਗੈਟ ਅ ਜੋਬ। ਉਮੀਦ ਹੈ ਤੁਸੀਂ ਮੇਰੀਆਂ ਗੱਲਾਂ ਤੇ ਗੌਰ ਕਰੋਗੇ ਤੇ ਪ੍ਰੈਪਰੇਸ਼ਨ ਜਾਰੀ ਰੱਖੋਗੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੇਰੇ ਸਾਥੀ ਪਟਵਾਰੀ ਮਨਿੰਦਰ ਸਿੰਘ ਤੁਹਾਨੂੰ ਲਗਭਗ ਹਰ ਗੱਲ ਕਲੀਅਰ ਕਰ ਚੁੱਕੇ ਨੇ। ਦੇਖੋ, ਕਸਰ ਹੁੰਦੀ ਆ 5-7 ਨੰਬਰਾਂ ਦੀ, ਆਪਣਾ ਹੱਥ ਹੀ ਲੰਘ ਜਾਂਦਾ, ਪੂਛ ਅੜ ਜਾਂਦੀ ਆ। ਬਸ ਆਪਾਂ ਪੰਜਾਬੀ ਬੰਦੇ, ਆਪਾਂ ਪੂਛ ਅੜਨ ਨਹੀਂ ਦੇਣੀ, ਠੀਕ ਹੈ ਨਾ ਜੀ। ਤੇ ਤੁਸੀਂ ਆਪਣੀ ਤਿਆਰੀ ਕਰਦੇ ਰਹੋ, ਪ੍ਰਿਪਰੇਸ਼ਨ ਨਾ ਛੱਡੋ, ਠੀਕ ਆ। ਆਪਾਂ ਲਾਸਟ 'ਚ ਆ ਕੇ ਹਾਰ ਮੰਨ ਲੈਂਦੇ ਆ ਵੀ ਮੇਰਾ ਹੁੰਦਾ ਨਹੀਂ ਜਾਂ ਇਹ ਆ ਉਹ, ਇੱਦਾਂ ਕੁਛ ਨਹੀਂ ਹੁੰਦਾ। ਜਿਹੜਾ ਲੱਗਿਆ ਰਹਿੰਦਾ, ਦੇਖੋ ਜਿੱਤ ਲੜਦੇ ਲੋਕਾਂ ਦੀ ਹੁੰਦੀ ਆ, ਜਿਹੜਾ ਘਰੇ ਬਹਿ ਗਿਆ ਉਹ ਕਦੇ ਜਿੱਤ ਨਹੀਂ ਸਕਦਾ, ਠੀਕ ਹੈ ਨਾ। ਅਤੇ ਤੁਸੀਂ ਸੈਲਫ ਸਟੱਡੀ ਕਰਨੀ, ਸੈਲਫ ਸਟੱਡੀ ਕਰੋ, ਪਰ ਸੈਲਫ ਸਟੱਡੀ ਨਾਲ ਗਾਈਡੈਂਸ ਦੀ ਲੋੜ ਜ਼ਰੂਰ ਪੈਂਦੀ ਹੁੰਦੀ ਆ। ਬਿਨਾਂ ਗਾਈਡੈਂਸ ਤੋਂ ਕੰਮ ਨਹੀਂ ਹੁੰਦਾ। ਅੱਜ ਕੱਲ੍ਹ ਟੂ ਦਾ ਪੁਆਇੰਟ ਦੇਖਣਾ ਪੈਂਦਾ। ਆਪਾਂ ਇਸ ਇੱਧਰ ਸੋਰਸ 'ਤੇ ਚੱਲ ਜਾਈਏ, ਇੱਧਰੋਂ ਚੱਕ ਲਈ, ਉਹਦਾ ਕੋਈ ਮਤਲਬ ਨਹੀਂ ਹੈਗਾ। ਟੂ ਦਾ ਪੁਆਇੰਟ ਰਹੋ, ਤਿਆਰੀ ਕਰਦੇ ਰਹੋ, ਬਾਹਲਾ ਇੱਧਰ ਉੱਧਰ ਜਾਣ ਦੀ ਲੋੜ ਨਹੀਂ। ਆਪਣਾ ਘਰੇ ਆਰਾਮ ਨਾਲ ਬੈਠੋ। ਤੁਸੀਂ ਸਵੇਰੇ ਪੜ੍ਹਨਾ ਸਵੇਰੇ ਪੜ੍ਹੋ, ਰਾਤ ਨੂੰ ਪੜ੍ਹਨਾ ਰਾਤ ਨੂੰ ਪੜ੍ਹੋ। ਬਸ ਆਪਣੇ ਘਰਦਿਆਂ ਨੂੰ ਇੰਨਾ ਕਹਿ ਦਿਓ ਵੀ ਜਿਸ ਟਾਈਮ ਮੈਂ ਪੜ੍ਹ ਰਿਹਾ ਉਦੋਂ ਮੈਨੂੰ ਡਿਸਟਰਬ ਨਾ ਕਰੋ। ਬਾਅਦ 'ਚ ਆਪਣਾ ਮੂਵੀ ਦੇਖੋ, ਖੇਲੋ ਕੁੱਦੋ। ਦੇਖੋ, ਨਾਲ ਖੇਲਣਾ ਕੁੱਦਣਾ ਬਹੁਤ ਜ਼ਰੂਰੀ ਆ, ਉਸ ਤੋਂ ਬਿਨਾਂ ਕੌਨਸਨਟ੍ਰੇਸ਼ਨ ਨਹੀਂ ਬਣਦੀ। ਬੰਦੇ ਦੇ ਦਿਮਾਗ 'ਚ ਉਹੀ ਵਾਰ-ਵਾਰ ਕੁਐਸਚਨ ਘੁੰਮਦੇ ਰਹਿੰਦੇ ਨੇ, ਠੀਕ ਹੈ। ਓਕੇ ਜੀ, ਆਲ ਦਾ ਬੈਸਟ, ਥੈਂਕ ਯੂ।